प्यारे दर्शकों, पंजाबनामा शो दे विच तुहाडा निੱਘਾ स्वागत है। इस शो दे विच मेरे नाल सीनियर पत्रकार जसपाल सिंह सिद्धू हैं। उन्हां नाल गल करांगे कि BBC दे उपर जिहड़े आ केंद्र सरकार दे इनकम टैक्स विभाग वालों अज तीजे दिन भी जिहड़ा सर्वे जारी रहा। सर्वे दा नाम दी गल कहण दी गल हैगी, क्या इन्हां नूं रेड ही जांदा, छापे ही कहा जांदा। अज तीजे दिन भी छापे जारी ने। ये कदों तक जारी रहणगे इहदे बारे कोई भी कुछ कहण लई तैयार नहीं, पर कल क्योंकि अगला दिन होएगा उस तो बाद छुट्टियां आ जाएंगियां, पता नहीं है कदों तक छापे जारी रहणगे। इस मामले ते सिद्धू साहब तुहाडा की कहना, तुसीं की किवें सोचदे हो क्यों ये छापे मारे जा रहे? इहदे नाल भारत दी जिहड़ी कौमांतरी पੱਧਰ ते जिहड़ी साख है ਉਹਨੂੰ भी वट्टा लगा, वो भी दागदार हुई है। इहदे बारे तुसीं कहना चाहुंदे? देखो, जिहड़ी क्रेडिबिलिटी है इस BBC दी विश्वासयोगता जां भरोसेयोगता वो बहुत ज़्यादा है। उस दे तुसी घट्टो घट्ट 50,000 ਜਿਹੜੇ ਉਹਦੇ ਲਿਸਨਰ ਹੈ, ਵਿਊਅਰ ਹੈ ਤੇ ਸਾਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ 50 ਕਰੋੜ ਹੋਣੇ। ਉਹਦੇ 'ਚੋਂ 6 ਕਰੋੜ ਇੰਡੀਆ 'ਚ ਹੈ ਤੇ ਬਾਕੀ ਇਹ 100 ਸਾਲ ਪੁਰਾਣੀ ਆਰਗੇਨਾਈਜੇਸ਼ਨ ਹੈ ਤੇ ਇਹ ਆਰਗੇਨਾਈਜੇਸ਼ਨ ਕੱਲੀ ਪ੍ਰਾਈਵੇਟ ਆਰਗੇਨਾਈਜੇਸ਼ਨ ਨਹੀਂ। ਇਹਦਾ ਜਿਹੜਾ ਬਜਟ ਹੈ ਉਹ ਸਾਰਾ ਬ੍ਰਿਟਿਸ਼ ਪਾਰਲੀਮੈਂਟ 'ਚ ਪੇਸ਼ ਹੁੰਦਾ, ਉੱਥੋਂ ਪਾਸ ਹੁੰਦਾ ਤੇ ਇਸ ਕਰਕੇ ਭਾਵੇਂ ਆਟੋਨਮਸ ਬੋਡੀ ਹੈ पर ਇਹਦੀ क्रेडिबिलिटी उन्होंने बड़ी मेनटेन करके रखी है। ਇਹ 1922 ਦੇ ਵਿੱਚ सैटअप हुई सी ਤੇ ਇਹਦੇ ਉੱਤੇ ਜਿਹੜਾ ਇਸ ਕਿਸਮ ਦਾ ਇਹਨਾਂ ਨੇ ਜਿਹੜਾ ਰੇਡ ਕੀਤਾ, ਜਿਹਦੇ ਕਹਿੰਦੇ ਅਸੀਂ ਸਰਵੇ ਕਰ ਰਹੇ ਹਾਂ। ਸਰਵੇ ਤਾਂ ਇਹੀ ਕਰਨਾ ਹੁੰਦਾ, ਸਰਵੇ ਕਰਨਾ ਹੁੰਦਾ। ਕੋਈ ਤਰੀਕਾ ਨਹੀਂ ਵੀ ਤੁਸੀਂ ਕਿਤੇ ਬੰਬੇ ਤੇ ਮੁੰਬਈ ਤੇ ਦਿੱਲੀ ਦੇ BBC ਦੇ ਦੋਨੋਂ ਆਫਿਸਿਸ ਵਿੱਚ ਲਗਾਤਾਰ ਤੁਸੀਂ ਰੇਡ ਜਾਰੀ ਰੱਖੋ। ਇਹਨਾਂ ਦੇ ਅਕਾਊਂਟਸ ਡਿਪਾਰਟਮੈਂਟ 'ਚ ਜਾਓ, ਤੁਹਾਨੂੰ ਇਹਨਾਂ ਦੀ ਪ੍ਰਾਈਸਿੰਗ ਪਾਲਿਸੀ ਦਾ ਪਤਾ ਲੱਗ ਜੂ ਵੀ ਇਹ ਜਿਹੜਾ ਇੱਥੋਂ ਮੁਨਾਫਾ ਕਰਾ ਰਹੇ ਆ ਉਹ ਕਿਵੇਂ ਬਾਹਰ ਭੇਜ ਰਹੇ ਆ। ਤੁਸੀਂ ਇਹੀ ਕਹਿੰਦੇ ਕਿ ਵੀ ਜ਼ਿਆਦਾ ਜਿਹੜਾ ਮੁਨਾਫਾ ਉਹਦਾ ਬਹੁਤਾ ਹਿੱਸਾ ਉਹ ਜਿਹੜਾ ਸਹੀ ਇੰਡੀਆ 'ਚੋਂ ਭੇਜ ਸਕਦੇ ਆ, ਬਾਹਰ ਉਦੋਂ ਵੱਧ ਭੇਜ ਰਹੇ ਆ ਜਾਂ ਕੀ ਇਹ ਜਿਹੜੀਆਂ ਹੋਰ ਕਿਸੇ ਕਿਸਮ ਦੀਆਂ ਸਵਾਲ ਤਾਂ ਇਹ ਹੈ ਵੀ ਤੁਸੀਂ ਇਹ ਬਦਲਾ ਲਓ ਨੀਤੀ ਹੈ। क्योंकि BBC ने जिहड़ी इहदे ते जसपाल जी जे बदला लो नीति ना होंदी तां इन्हां नूं सिर्फ अकाउंट्स डिपार्टमेंट तक ही सीमित रखना चाहिए। इन्हां दे जिहड़े उत्थे बाकी कामकाज करदा अमला जिहड़ा पत्रकारी नाल संबंधित है उन्हां दे मोबाइल भी लैपटॉप भी सारे रखवा ले। बिल्कुल ठीक है, उन्होंने रखा। हुण तुसीं ये देखो भी बदला लो नीति इस करके है भी इन्हां ने जिहड़ी BBC दी जिहड़ी डॉक्यूमेंट्री है जिहदे च है भी इंडिया मोदी क्वेश्चन जिहदा नाम हैगा ਉਹ ਰਿਲੀਜ਼ ਹੋਈ 17 ਜਨਵਰੀ ਨੂੰ ਤੇ 20 ਨੂੰ ਤੁਸੀਂ ਉਹਦੇ ਤੇ ਬੈਨ ਲਾਤਾ। ਉਹਦੇ ਤੇ ਜਿਹੜੀਆਂ IT ਦੇ 2021 ਦੇ ਜਿਹੜੇ ਕਾਨੂੰਨ ਹੈ IT ਦੇ ਉਸ ਦੇ ਕਾਨੂੰਨਾਂ ਦੇ ਵੀ ਜਿਹੜੇ ਐਮਰਜੈਂਸੀ ਕਲਾਜ਼ਾਂ ਕੱਢ ਕੇ ਤੁਸੀਂ ਉਹਨਾਂ ਦੇ ਸਾਰੇ ਥਾਵਾਂ ਤੋਂ ਰੋਕਤਾ, ਬੈਨ ਲਾਤਾ। ਇੰਡੀਆ ਵਿੱਚ ਦੂਜੇ ਜਿਹੜੇ ਹੋਰ ਸੋਸ਼ਲ ਪਲੇਟਫਾਰਮਾਂ ਤੇ ਉਹਨਾਂ ਤੋਂ ਲਹਾਤੀ। ਇਸ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਇਹ ਸੀਗਾ ਵੀ ਜਿਹੜੀ ਬਣੀ ਹੋਈ ਹੈ ਜਿਹੜੀ ਡਾਕੂਮੈਂਟਰੀ ਹੈ ਇਹ ਬਣੀ ਹੈ ਜਿਹੜੇ ਗੁਜਰਾਤ ਦੇ ਵਿੱਚ ਦੰਗੇ ਹੋਏ ਸੀਗੇ। ਦੰਗੇ ਨਹੀਂ ਕਹਿ ਸਕਦੇ, ਜਿਹੜੇ ਐਂਟੀ ਮੁਸਲਿਮ ਪ੍ਰੋਗਰਾਮ ਸੀਗਾ ਜਿਹਦੇ ਵਿੱਚ 1,000 ਤੋਂ ਉੱਤੇ ਮੁਸਲਮਾਨ ਦਾ ਨੁਕਸਾਨ ਹੋਇਆ ਸੀਗਾ, ਸਾਰਾ ਮਾਰੇ ਗਏ ਸੀਗੇ, ਉਹਦੇ ਸੰਬੰਧ 'ਚ ਹੈ। ਤੇ ਉਹ ਸਾਰਾ ਜਿਹੜਾ ਉਹਦੇ ਤੇ ਡਾਕੂਮੈਂਟਰੀ ਹੈ ਤੇ ਡਾਕੂਮੈਂਟਰੀ ਲੋਕਾਂ ਨੇ ਫਿਰ ਵੀ ਦੇਖ ਲਈ ਹੈ ਸਾਰੀ ਦੀ ਸਾਰੀ। ਉਹ ਦਸਤਾਵੇਜ਼ੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਓਪਨ ਦੇਖੀ ਗਈ, ਸਾਊਥ ਦੀਆਂ ਕਈ ਯੂਨੀਵਰਸਿਟੀਆਂ 'ਚ ਦੇਖੀ ਗਈ, ਗੱਲ ਤਾਂ ਛੁਪੀ ਰਹਿ ਨਹੀਂ ਗਈ। ਹੁਣ ਤੁਸੀਂ ਉਹਦੇ ਤੋਂ ਬਦਲਾ ਲਓ ਨੀਤੀ ਨਾਲ ਹੀ ਕਰ ਰਹੇ ਹੋ ਸਾਰਾ ਕੰਮ ਤੇ ਇਸ ਕਰਕੇ ਤੁਸੀਂ ਆ ਸਾਰਾ ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਜਾਂ ED ਤੁਸੀਂ ਜੋ ਪਿੱਛੇ ਪਾਉਣੇ ਹੋ ਇਹਦੇ ਪਿੱਛੇ ਪਾਤਾ ਸਾਰਾ। ਇਹ ਪਹਿਲਾਂ ਹੀ ਇੰਡੀਆ ਦੀ ਜਿਹੜੀ ਪੋਜੀਸ਼ਨ ਹੈ ਉਹ ਬੜੀ ਮਾੜੀ ਪ੍ਰੈਸ ਦੀ ਆਜ਼ਾਦੀ ਦੇ ਮਾਮਲੇ 'ਚ ਹੋ ਗਈ ਹੈ। 150ਵੇਂ ਸਥਾਨ ਤੇ ਜਿਹੜਾ 132 ਮੈਂ ਸੀ ਪਹਿਲੇ 2012 ਦੇ ਸਰਵੇ ਵਿੱਚ, ਹੁਣ 150ਵੇਂ ਤੇ ਪਹੁੰਚ ਗਏ। 180 ਮੁਲਕਾਂ ਦੇ ਵਿੱਚੋਂ 150 ਥੱਲੇ ਵਾਲੇ ਦੇ ਮੁਲਕਾਂ ਦੇ ਤੁਸੀਂ ਬਰਾਬਰ ਪਹੁੰਚ ਗਏ। ਡਿਕਟੇਟਰਸ਼ਿਪ ਹੈ ਜਾਂ ਕਿਤੇ ਹੋਰ ਇਸ ਕਿਸਮ ਦੀਆਂ ਮਿਲਟਰੀ ਰੂਲ ਹੈ ਜਿੱਥੇ ਜਿਹੜੇ 25-30 ਜਿਹੜੇ ਦੇਸ਼ ਰਹਿ ਗਏ ਇਦੋਂ ਥੱਲੇ, ਬਾਕੀ ਸਾਰੇ ਦੂਜੇ ਜਿਹੜੇ ਡੈਮੋਕ੍ਰੇਸੀਆਂ ਉਹਨਾਂ ਸਭ ਤੋਂ ਥੱਲੇ ਖੜੇ ਆ। ਇਸ ਕਰਕੇ ਇਹਨਾਂ ਨੇ ਇੱਥੇ ਨਹੀਂ ਕੀਤਾ BBC ਤੇ। ਇਦੋਂ ਪਹਿਲਾਂ ਆਕਸਫਮ ਜਿਹੜੀ ਆ ਉਹਦਾ ਵੀ ਆਫਿਸ ਬ੍ਰਿਟੇਨ ਦੀ ਹੋਈ ਆ, ਆਕਸਫਮ ਦਾ ਵੀ ਪਿਛਲੇ ਸਤੰਬਰ ਦੇ ਵਿੱਚ ਇਹਨਾਂ ਨੇ ਸਾਰੇ ਰੇਡ ਰੂਡ ਮਾਰੇ ਤੇ ਸਾਰੇ ਉਹਨਾਂ ਦੇ ਕੰਮ ਵੀ ਰੋਕੇ ਗਏ। ਤੇ ਸਤੰਬਰ 'ਚ ਇਹ ਜਿਹੜਾ ਉਹਦਾ ਕੰਮ ਵੀ ਇਹ ਸੀ ਵੀ ਇਹਨਾਂ ਦੀ ਜਿਹੜੀ ਜਿੱਥੇ ਖਾਮੀਆਂ ਸੀ ਉਹ ਜਿਹੜੇ NGO ਸੀ ਜਾਂ ਹੋਰ ਸੋਸ਼ਲ ਮੀਡੀਆ ਤੇ ਉਹ ਸਾਰੀਆਂ ਰਿਪੋਰਟਾਂ ਆਪਣੀਆਂ ਛਾਪਦੇ ਸੀ, ਉਹਨੂੰ ਵੀ ਰੋਕਿਆ ਗਿਆ। ਇਹਦੇ ਵਿੱਚੋਂ ਕਲੀਅਰ ਗੱਲ ਹੈ ਵੀ ਇਹ ਗੋਦੀ ਮੀਡੀਆ
ਜਿਹੜਾ ਹੈ ਉਹਨੂੰ ਕੰਟਰੋਲ ਕਰਕੇ ਰੱਖਦੇ ਆ, ਜਿਹਨੂੰ ਹੁਣ ਗੋਦੀ ਮੀਡੀਆ, ਲੈਪਡੌਗ ਮੀਡੀਆ, ਇਹ ਸਾਰਾ ਜਿਹੜਾ ਕਿ ਥੋੜਾ ਜਿਹਾ ਮੇਨ ਸਟ੍ਰੀਮ ਮੀਡੀਆ ਬਚਿਆ ਹੋਇਆ, ਮੇਨ ਸਟ੍ਰੀਮ ਚੋਂ ਬਚਿਆ ਸੀਗਾ NDTV, ਉਹ ਵੀ ਇਹਨਾਂ ਨੇ ਆਪਣੇ ਅਡਾਨੀ ਦੇ ਰਾਹੀਂ ਕੰਟਰੋਲ ਕਰ ਲਿਆ। ਹੁਣ ਕੋਈ ਜਿਹੜਾ ਇਸ ਕਿਸਮ ਦਾ ਜਿਹੜਾ ਕ੍ਰਿਟੀਕਲ ਮੀਡੀਆ ਹੈ ਉਸ ਨੂੰ ਤੁਸੀਂ ਹਰ ਤਰੀਕੇ ਨਾਲ ਬੰਦ ਕਰਨਾ ਚਾਹੁੰਦੇ ਹੋ। ਇਹ BBC ਦੀ ਜਿਹੜੀ ਇਸ ਕਿਸਮ ਦੇ ਰੇਡ ਹੈ, ਇਹ ਉਸੇ ਦਸ਼ਾ 'ਚ ਹੈ, ਉਸੇ ਪਰਪਸ ਲਈ ਹੈ ਵੀ ਇਹਦਾ ਜਿਹੜਾ ਕ੍ਰਿਟੀਕਲ ਹੈਗਾ ਸਾਰੀ ਟਿੰਜ ਹੈ ਉਹਨੂੰ ਵੀ ਬੰਦ ਕੀਤਾ ਜਾਵੇ। ਇਹ ਇੱਕ ਬਿਲਕੁਲ ਡਿਕਟੇਟਰਸ਼ਿਪ ਵਾਲਾ ਰੋਲ ਹੈ। ਇਹ ਜੇ ਕਿਹਾ ਵੀ ਜਾਂਦਾ ਕਈ ਥਾਈਂ, ਜਿਵੇਂ ਅਨੰਨਿਆ ਬਾਜਪਾਈ ਦਾ ਬਹੁਤ ਵੱਡੀ ਕਿਤਾਬ ਦਾ ਹੈ, ਉਹਦਾ ਜਿਹੜੀ ਅਸ਼ੋਕ ਬਾਜਪਾਈ ਦੀ ਲੜਕੀ ਉਹ ਆਕਸਫੋਰਡ 'ਚ ਹੈ, ਉਹਦੀ ਕਿਤਾਬ ਦੇ ਵਿੱਚ ਉਹ ਕਹਿੰਦੀ ਹੈ ਵੀ ਇਹ ਇੰਡੀਅਨ ਸਟੇਟ ਬਹੁਤੇ ਵਾਰੀ ਇੱਕ ਮਿਲਟਰੀ ਸਟੇਟ ਦੇ ਲੈਵਲ ਤੇ ਕੰਮ ਕਰਦੀ ਆ। ਆ ਸਾਰਾ ਜਿਹੜਾ ਕੰਮ ਹੋ ਰਿਹਾ, ਪ੍ਰੈਸ ਨੂੰ ਗੈਗ ਕਰਨਾ, ਉਹਨੂੰ ਬੰਦ ਕਰਨਾ, ਇਹ ਸਾਰਾ ਮਿਲਟਰੀ ਸਟੇਟ ਵਾਲਾ ਕੰਮ ਹੈ, ਡੈਮੋਕ੍ਰੇਸੀ ਵਾਲਾ ਨਹੀਂ। ਡੈਮੋਕ੍ਰੇਸੀ 'ਚ ਜ਼ਰੂਰੀ ਹੁੰਦਾ ਵੀ ਤੁਸੀਂ ਇਸ ਕਿਸਮ ਦੀ ਸਾਰਾ ਉਹਦਾ ਜਿਹੜਾ ਲੋਕਾਂ ਦੀ ਆਵਾਜ਼ ਹੈ ਉਹਨੂੰ ਕਿਤੇ ਨਾ ਕਿਤੇ, ਜਾਂ ਆਪੋਜੀਸ਼ਨ ਦੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚੇ ਜਾਂ ਰਹੇ। ਤਾਂ ਪਰ ਜਿਵੇਂ ਹੁਣ ਇਹਨਾਂ ਨੇ ਪਾਰਲੀਮੈਂਟ 'ਚ ਰਾਹੁਲ ਦਾ ਤੇ ਰਾਜ ਸਭਾ 'ਚੋਂ ਲੋਕ ਸਭਾ 'ਚੋਂ ਦੋਨਾਂ ਰਾਹੁਲ ਦਾ ਜਾਂ ਕਾਂਗਰਸ ਪਾਰਟੀ ਦਾ ਜਿੰਨਾ ਵੀ ਕ੍ਰਿਟਿਸਿਜ਼ਮ ਸੀ ਅਡਾਨੀ ਤੇ, ਉਸ ਨੂੰ ਡਿਲੀਟ ਕਰ ਦਿੱਤਾ ਗਿਆ। 18 ਡਿਲੀਟ ਮਾਰੀਆਂ ਸਾਰੀਆਂ ਰਾਹੁਲ ਗਾਂਧੀ ਦੇ ਲੈਕਚਰ ਤੇ ਇਹ ਸਾਰਾ ਕੁਝ ਤੁਹਾਨੂੰ ਉਹਨਾਂ ਜਵਾਬ ਦੇ ਦਿੱਤਾ ਸਾਰਿਆਂ ਦਾ, ਸਾਰੇ ਨੁਕਤਾ ਬੇਸ਼ੱਕ ਲੋਕਾਂ ਦੇ ਡੋਮੇਨ 'ਚ ਹੈ, ਪਬਲਿਕ ਡੋਮੇਨ 'ਚ ਹੈ, ਐਵੇਂ ਭੁਲੇਖਾ ਹੀ ਇਹਨਾਂ ਨੂੰ ਪੈਂਦਾ ਵੀ ਹੁਣ ਉਹਦੇ ਡਿਲੀਟ ਮਾਰਨ ਦਾ ਕੋਈ ਫਰਕ ਉਹਦਾ ਕੋਈ ਅਸਰ ਕਰਨ ਦਾ ਕੋਈ ਅਸਰ ਨਹੀਂ ਪੜਨਾ, ਪਰ ਕਰ ਰਹੇ ਆ ਸਾਰਾ ਕੁਝ। ਇਸੇ ਕਰਕੇ ਜਿਹੜੀ ਇਹ BBC ਦੀ ਡਾਕੂਮੈਂਟਰੀ ਹੈ ਸਾਰੇ ਥਾਵਾਂ ਤੇ ਪਹੁੰਚੀ ਹੋਈ ਹੈ। ਆ ਜਿਹੜਾ ਐਕਸ਼ਨ ਕਰ ਰਿਹਾ ਇਹ ਐਡਵਰਸ ਮੇਰੇ ਖਿਆਲ ਪੂਰੀ ਦੁਨੀਆ ਦੇ ਵਿੱਚ ਚੱਲ ਜਾਏਗਾ, ਕਿ ਦੁਨੀਆ ਸਾਰੀ ਚੱਲੂਗੀ ਤੇ ਬਾਹਰ ਜਾ ਕੇ ਇਹਨਾਂ ਦੀ ਸਾਰੀ ਛਵੀ ਹੋਰ ਵੀ ਖਰਾਬ ਹੋਏਗੀ। ਨਾਲੇ ਜਿਹੜੀਆਂ ਦੋ ਗੱਲਾਂ ਹਰ ਗੱਲ ਨਾਲ ਜੋੜਨਾ ਇਹਦੇ ਚੋਂ ਵੀ ਥੋੜਾ ਪ੍ਰੈਸ ਜੀ ਨੈਸ਼ਨਲ ਹੈ, ਐਂਟੀ ਨੈਸ਼ਨਲ ਹੈ, ਜਾਂ ਇਹ ਕਾਂਗਰਸ ਦਾ ਹੀ ਨਾਲ ਜੁੜਿਆ ਹੋਇਆ, BBC ਜੁੜੀ ਹੋਈ ਹੈ, ਇਹ ਆਪਣੇ ਆਪ 'ਚ ਵੀ ਗਲਤ ਗੱਲ ਹੈ। ਕੋਈ ਕਾਂਗਰਸ ਨਾਲ ਕੋਈ BBC ਨਹੀਂ ਜੁੜੀ। ਜਦੋਂ ਇੱਥੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ 84 ਦੇ ਵਿੱਚ, ਜੂਨ 84 ਚ, ਉਦੋਂ BBC ਤੇ ਲੋਕ ਵਿਸ਼ਵਾਸ ਕਰਦੇ ਸੀ। ਉਦੋਂ ਹੀ ਇੰਦਰਾ ਗਾਂਧੀ ਨੇ ਸਾਰੀ ਇਸੇ ਤਰੀਕੇ ਨਾਲ ਪ੍ਰੈਸ ਨੂੰ ਗੈਗ ਕੀਤਾ ਸੀਗਾ, ਮੂੰਹ ਬੰਦ ਕੀਤਾ ਸੀ ਉਹਦਾ। ਤਾਂ ਅਸੀਂ ਇਸ ਨੂੰ ਐਮਰਜੈਂਸੀ ਦੇ ਲੈਵਲ ਦੀ ਜਿਹੜੀ ਸੈਂਸਰਸ਼ਿਪ ਸੀ, ਜਾਂ ਇੱਥੇ ਪੰਜਾਬ 'ਚ ਜਿਹੜੀ ਸੈਂਸਰਸ਼ਿਪ ਲੱਗੀ ਉਦੋਂ ਜੂਨ 84 ਵੇਲੇ, ਉਸ ਕਿਸਮ ਦੀ ਸੈਂਸਰਸ਼ਿਪ ਦਾ ਹੀ ਇਹ ਮਜ਼ਾਰਾ ਹੈ ਜਿਹੜਾ BBC ਤੇ ਕਰ ਰਹੇ ਆ ਜਾਂ ਹੁਣੇ ਆ ਰਿਹਾ। ਇੱਕ ਸਵਾਲ ਇਹ ਅਕਸਰ ਲੋਕਾਂ ਦੇ ਮਨਾਂ 'ਚ ਆਉਂਦਾ ਕਿ BBC ਇਸ ਤੋਂ ਬਾਅਦ ਝੁਕ ਜਾਏਗੀ, BBC ਦਾ ਨਿਰਪੱਖ ਸਟੈਂਡ ਉਹ ਡਿਲੀਟ ਹੋਏਗਾ, ਕਿ ਕਿਸ ਕਿਸਮ ਦਾ ਤੁਸੀਂ ਦੇਖਦੇ ਹੋ, ਕਿੱਧਰ ਨੂੰ ਕੀ ਰੁਖ ਕਰੇਗੀ BBC? ਨਹੀਂ, BBC ਨੇ ਕੀ ਰੁਕਣਾ। ਮਿਆਂਮਾਰ ਦੇ ਵਿੱਚ ਮਿਲਟਰੀ ਦੀ ਉੱਥੇ ਮਿਲਟਰੀ ਦਾ ਰਾਜ ਹੈ, ਮਿਲਟਰੀ ਜੁੰਟਾ ਦਾ ਰਾਜ ਹੈ। ਉੱਥੇ ਵੀ 1.5-2 ਸਾਲ ਪਹਿਲਾਂ ਇਹਦਾ ਜਿਹੜਾ BBC ਦਾ ਰਿਪੋਰਟਰ ਸੀ ਉਹਨੂੰ ਅੰਦਰ ਰੱਖਿਆ, ਬੜੇ ਕੇਸ ਬਣਾਏ ਸਾਰੇ। ਮਿਆਂਮਾਰ 'ਚ ਹੁਣੇ ਹੋ ਕੇ ਹਟਿਆਗਾ ਤੇ ਹੋਰ ਵੀ ਕਈ ਥਾਈਂ ਹੋਇਆ ਜਿੱਥੇ ਹੁੰਦੀਆਂ। ਤੇ BBC ਤਾਂ ਆਪਣਾ ਕੰਮ ਕਰਦੀ ਹੈ, ਉਹ ਆਪਣਾ ਜਿਹੜਾ ਭਰੋਸੇਯੋਗਤਾ ਉਹਦੀ ਕਾਇਮ ਰਹੂਗੀ ਤੇ ਲੰਬੇ ਸਮੇਂ ਦੀ ਉਹਦੀ ਭਰੋਸਾਯੋਗਤਾ ਬਣਾਈ ਹੋਈ ਹੈ। ਆਬਜੈਕਟਿਵ ਰਿਪੋਰਟਿੰਗ ਉਹ ਕਰਦੇ ਆ, ਕੋਈ ਇਹਦੇ ਤੇ ਕੋਈ ਤੁਸੀਂ ਇਸ ਕਿਸਮ ਦਾ ਰਿਫਲੈਕਸ਼ਨ ਨਹੀਂ ਪੈ ਸਕਦਾ ਜਿਹੜਾ ਕਿ ਵੀ ਉਹ ਹੁਣ ਆਪਦੀ ਪਾਲਿਸੀ ਬਦਲ ਲੂ। ਇਹਨਾਂ ਦਾ ਜ਼ਰੂਰ ਜਿਹੜਾ ਕਿ ਇੰਟਰਨੈਸ਼ਨਲ ਫੋਰਾ ਜਿੰਨੇ ਵੀ ਇੰਟਰਨੈਸ਼ਨਲ ਪਲੇਟਫਾਰਮਸ ਹੈ, ਉੱਥੇ ਜਾ ਕੇ ਇੰਡੀਆ ਦੀ ਬਦਨਾਮੀ ਜ਼ਰੂਰ ਹੋਏਗੀ। ਦੂਜੇ ਪਾਸੇ ਇਹ G20 ਦੇ ਲੀਡਰ ਹੈ ਜੀ, ਤੇ ਲੀਡਰ ਹੈ, ਤਾਂ ਪਰ ਇਹਨਾਂ ਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ ਇੰਡੀਆ ਤੋਂ ਵੀ ਉਹ ਡੈਮੋਕ੍ਰੈਟਿਕ ਤੇ ਜਮਹੂਰੀ ਕਦਰਾਂ ਕੀਮਤਾਂ ਮੁਤਾਬਕ ਹੀ ਕੰਮ ਕਰਨ। ਹੁਣ ਹੋਰ ਵੀ ਜ਼ਿੰਮੇਵਾਰੀ ਬਣਦੀ ਹੈ ਲੀਡਰ ਹੋਣ ਦੇ ਨਾਲ। ਇਸ ਮਾਮਲੇ 'ਚ ਅਸੀਂ ਦੇਖਦੇ ਹਾਂ ਸਾਰੀਆਂ ਵਿਰੋਧੀ ਪਾਰਟੀਆਂ, ਇਹ ਜਿਹੜੇ ਪੱਤਰਕਾਰਾਂ ਨਾਲ ਜੁੜੇ ਐਡੀਟਰ ਗਿਲਡ, ਇੰਡੀਅਨ ਜਰਨਲਿਸਟ ਯੂਨੀਅਨ ਸਮੇਤ ਕਈ ਜਥੇਬੰਦੀਆਂ ਨੇ ਜਿਹੜੀ ਇਹਦੀ ਨਿਖੇਧੀ ਕੀਤੀ ਹੈ। ਇਹਨਾਂ ਨੇ ਇਹੀ ਕਿਹਾ ਕਿ ਇਹ ਜਿਹੜਾ ਇਨਡਾਇਰੈਕਟ ਜਿਹੜਾ ਐਮਰਜੈਂਸੀ ਲਾਉਣ ਵਰਗੇ ਕਦਮ ਹੈਗਾ, ਮਤਲਬ ਇਹਨੂੰ ਸਰਕਾਰ ਨੂੰ ਜਿਹੜਾ ਜ਼ੁਬਾਨ ਬੰਦ ਕਰਨ ਦੀ ਜਿਹੜੀ ਸਾਨੂੰ ਸੰਵਿਧਾਨ ਦੇ ਵਿੱਚ ਮਿਲੀ ਹੈ, ਖੁੱਲ੍ਹ ਆਜ਼ਾਦੀ ਮਿਲੀ ਹੈ, ਫੰਡਾਮੈਂਟਲ ਰਾਈਟਸ ਹੈ ਸਾਡਾ, ਉਹ ਕਰਬ ਨਹੀਂ ਕਰਨਾ ਚਾਹੀਦਾ। ਉਹ ਕੇਂਦਰ ਸਰਕਾਰ ਨੂੰ ਇਸ ਬਦਲਾਖੋਰੀ ਦੇ ਉਹਦੇ 'ਚ ਨਹੀਂ ਆਉਣਾ ਚਾਹੀਦਾ। ਤੁਸੀਂ ਇਹ ਸਾਰੇ ਜਥੇਬੰਦੀਆਂ ਦਾ, ਪਾਰਟੀਆਂ ਦਾ ਰੂਲ ਤੋਂ ਕੀ ਅੰਦਾਜ਼ਾ ਕਰਦੇ ਹੋ? ਔਰ ਰਿਪੋਰਟਰਸ ਵਿਦਆਊਟ ਬਾਰਡਰਸ, ਉਹਨਾਂ ਦਾ ਵੀ ਸਾਰਾ, ਸਭ ਦੇ ਜਿੰਨੇ ਜਥੇਬੰਦੀਆਂ, ਅਮਰੀਕਨ ਜਥੇਬੰਦੀ, ਜਿੰਨੀਆਂ ਪ੍ਰੈਸ ਦੀਆਂ ਦੁਨੀਆ ਦੇ ਜਥੇਬੰਦੀਆਂ, ਉਹ ਸਾਰਿਆਂ ਨੇ ਇਸ ਨੂੰ ਕੰਡੈਮ ਕੀਤਾ, ਨੁਕਤਾਚੀਨੀ ਕੀਤੀ ਇਹਦੀ, ਤੇ ਇਹਦੇ ਅਗੇਂਸਟ ਬੋਲੇ ਆ। ਇਹਨਾਂ ਨੂੰ ਕਰਨਾ ਨਹੀਂ ਚਾਹੀਦਾ। ਇਹਦੇ ਵਿੱਚ BBC ਦਾ ਇਮੇਜ ਹੈ ਹੋਰ ਵੱਡਾ ਹੋਏਗਾ। ਐਕਚੁਅਲੀ ਇਹ ਲੱਗਦਾ BBC ਦਾ ਇਮੇਜ ਇੱਥੋਂ ਦੀ ਸਰਕਾਰ ਤੋਂ ਵੀ ਵੱਡਾ ਬਣ ਗਿਆ ਸਾਰੀ ਗੱਲ ਦੇ ਵਿੱਚ, ਡੈਮੋਕ੍ਰੈਟਿਕ ਜਮਹੂਰੀਅਤ ਲੈਵਲ ਤੇ। ਬਾਕੀ ਜਿੱਥੋਂ ਤੱਕ ਹੈ
ਵੀ ਇਹਦਾ ਅਸਰ ਉਹਨਾਂ ਤੇ BBC ਤੇ ਨਹੀਂ ਪੈਣਾ, ਇਹਨਾਂ ਤੇ ਜ਼ਰੂਰ ਪਏਗਾ ਵੀ ਇਹ ਜਮਹੂਰੀਅਤ ਹੈ ਜਾਂ ਰੱਖਣੀ ਚਾਹੁੰਦੇ ਜਾਂ ਨਹੀਂ ਚਾਹੁੰਦੇ। ਇਸ ਕਿਸਮ ਦਾ ਕੰਮ ਹੈ। ਜਿਹੜਾ ਇਹਨਾਂ ਨੇ ਆਪੋਜੀਸ਼ਨ ਖਤਮ ਕਰਨ ਦਾ ਕੰਮ, ਆਪੋਜੀਸ਼ਨ ਦੀ ਆਵਾਜ਼ ਨੂੰ ਮਜਲ ਕਰਨ ਦਾ, ਬੰਦ ਕਰਨ ਦਾ ਜਿਹੜਾ ਸਾਰਾ ਪ੍ਰੋਸੈਸ ਚੱਲਿਆ, ਇਹਦੇ ਵਿੱਚੋਂ ਬਿਲਕੁਲ ਕਲੀਅਰ ਗੱਲ ਹੈ ਵੀ ਇਹ ਜਿਹੜਾ ਡਿਕਟੇਟਰਸ਼ਿਪ ਵਾਲੇ ਵੱਲ ਨੂੰ ਜਾ ਰਹੇ ਆ। ਤੇ ਪ੍ਰੈਸ ਹੈ ਜਿਹੜਾ ਕਿ ਨਾ, ਉਹ ਚੌਥਾ ਥੰਮ ਇਸ ਕਰਕੇ ਗਿਣਿਆ ਜਾਂਦਾ ਵੀ ਪ੍ਰੈਸ ਦੀ ਆਜ਼ਾਦੀ ਬਗੈਰ, ਕੋਈ ਵੀ ਪ੍ਰੈਸ ਦੇ ਬਗੈਰ ਤੁਸੀਂ ਕਿਸੇ ਕਿਸਮ ਦੀ ਇਹ ਕੋਸ਼ਿਸ਼ ਨਹੀਂ ਕਰ ਸਕਦੇ। ਕਦੇ ਵੀ ਜਮਹੂਰੀਅਤ ਬਚ ਨਹੀਂ ਸਕਦੀ ਜੇ ਤੁਸੀਂ ਪ੍ਰੈਸ ਨੂੰ ਇਸ ਤਰੀਕੇ ਦਾ ਉਹਦਾ ਗਲਾ ਘੁੱਟਣਾ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ IT ਜਿਹੜਾ ਐਕਟ ਹੈ, ਉਹਦੇ ਵਿੱਚ ਕੁਝ ਇਸ ਕਿਸਮ ਦੀਆਂ ਤਬਦੀਲੀਆਂ ਵੀ ਕੀਤੀਆਂ ਜਾ ਰਹੀਆਂ ਵੀ ਜਿਹੜਾ ਆਨਲਾਈਨ ਕੰਟੈਂਟ ਹੈ ਉਹਨੂੰ ਕੱਟਣ ਦੀ ਜ਼ਿੰਮੇਵਾਰੀ PIB ਨੂੰ ਦੇ ਦਿੱਤੀ ਜਾਏਗੀ। ਜਿਵੇਂ ਐਮਰਜੈਂਸੀ ਦੇ ਵਿੱਚ PIB ਨੂੰ ਦਿੱਤੀ ਗਈ, ਸੂਬਿਆਂ ਦੇ ਵਿੱਚ ਇਹ ਲੋਕ ਸੰਪਰਕ ਵਿਭਾਗ ਨੂੰ ਅਧਿਕਾਰ ਮਿਲ ਗਏ ਸੀਗੇ। ਜੇ ਇਹੋ ਜਿਹਾ ਹੁੰਦਾ ਠੀਕ ਹੈ, ਅਸੀਂ ਸਮਝਦੇ ਕਿ ਆਨਲਾਈਨ ਕੰਟੈਂਟ ਦੇ ਵਿੱਚ ਬਹੁਤ ਸਾਰਾ ਵਿਗਾੜ ਹੈਗਾ, ਉਹਨੂੰ ਜਿਹੜੀ ਇਸ ਕੰਮ ਲਈ ਜ਼ਿੰਮੇਵਾਰੀ ਹੈ ਕਿਸੇ ਸੁਤੰਤਰ ਏਜੰਸੀ ਦੀ ਹੋਣੀ ਚਾਹੀਦੀ, ਪ੍ਰੈਸ ਕਾਉਂਸਲ ਆਫ ਇੰਡੀਆ ਜਿਵੇਂ ਬਣੀ ਹੈ, ਜਾਂ ਕੋਈ ਹੋਰ ਅਦਾਰੇ ਨੂੰ ਮਿਲਣੀ ਚਾਹੀਦੀ ਹੈ। ਕੀ ਜਿਹੜਾ ਸਰਕਾਰ ਦਾ ਦਖਲ ਹੋਏਗਾ ਉਹ ਦੁਬਾਰਾ ਫੇਰ ਨਹੀਂ ਮਾੜੇ ਦਿਨਾਂ ਵੱਲ ਦੀ ਨਿਸ਼ਾਨੀ ਨਹੀਂ ਹੋਏਗਾ? ਦੇਖੋ, ਜਿਹੜਾ ਇਹਨਾਂ ਨੇ ਉਹ ਸਰਕੂਲੇਟ ਕੀਤਾ ਵੀ ਅਸੀਂ ਚੇਂਜਸ ਕਰਨੀਆਂ ਸਾਰਾ ਕੁਝ, ਉਹ ਹਜੇ ਤੱਕ ਵੀ ਖੜਾ ਸਾਰਾ ਕੁਝ, ਉਹ ਬੰਦ ਨਹੀਂ ਕੀਤਾ ਨਾ। ਸਰਕਾਰ ਨੇ ਕੋਈ ਉਹਦੇ ਪਿੱਛੇ ਜੇ ਚੁੱਪ ਹੈ ਤੇ ਉਹ ਤਬਦੀਲੀਆਂ ਕਰਨ ਦੇ ਮੂਡ 'ਚ ਹੈ ਇਹ ਵੀ ਉਸ ਕਿਸਮ ਦੀ ਜਿਹੜੀ ਸਖਤ ਉਸ ਨੂੰ ਥੋੜਾ ਜਿਹਾ ਸਕਰੀਊ ਉਹਦਾ ਟਾਈਟ ਕੀਤਾ ਜਾਵੇ, ਇਹ ਕਰਨ ਦੇ ਚੱਕਰ 'ਚ ਹੈ। ਫਿਰ ਇਹ ਇੱਕ ਤਰੀਕੇ ਦੀ ਅਸੀਂ ਵਰਚੁਅਲੀ ਕਹਿ ਸਕਾਂਗੇ ਇਹ ਬੈਕਡੋਰ ਸੈਂਸਰਸ਼ਿਪ ਲੱਗ ਜੋ। ਇੰਦਰਾ ਗਾਂਧੀ ਨੇ ਤਾਂ ਐਮਰਜੈਂਸੀ ਦੇ ਦਿਨਾਂ 'ਚ ਸਾਹਮਣੇ ਸੈਂਸਰਸ਼ਿਪ ਲਾਈ ਸੀਗੀ, ਬਿਲਕੁਲ ਡਿਕਲੇਅਰ ਕਰਕੇ ਸੈਂਸਰਸ਼ਿਪ ਲਾਈ ਸੀ, ਤਾਂ ਇਹ ਬੈਕਡੋਰ ਸੈਂਸਰਸ਼ਿਪ ਲੱਗ ਜੂਗੀ। ਹੁਣ ਵੀ ਕਾਫੀ ਕੋਸ਼ਿਸ਼ ਹੈ ਜਿਹੜੀਆਂ ਸਾਰੀਆਂ ਹੋਈਆਂ। ਮੀਡੀਆ ਦਾ ਜਿਹੜਾ ਸਾਡੀ ਰੈਂਕਿੰਗ ਹੈ ਇੰਡੀਆ ਦੀ, ਜਿਹੜੀ ਪ੍ਰੈਸ ਦੀ ਰੈਂਕਿੰਗ ਹੈ, ਫਰੀडम ਆਫ ਪ੍ਰੈਸ ਦੀ, ਉਹ ਬਹੁਤ ਥੱਲੇ ਆ ਗਈ ਹੈ। ਇਸੇ ਕਰਕੇ ਆਈ ਹੈ ਕਿ ਇਨਡਾਇਰੈਕਟ ਤਰੀਕੇ ਨਾਲ ਇਹ ਸਾਰੇ ਚੀਜ਼ ਨੂੰ ਕੰਟਰੋਲ ਕਰਨ ਦੀ ਸਰਕਾਰ ਪਿਛਲੇ 8 ਸਾਲਾਂ ਤੋਂ ਲੱਗੀ ਹੋਈ ਹੈ। ਤੇ ਤੁਸੀਂ ਇਹ ਹੈਰਾਨ ਹੋ ਸਕਦੇ ਹੋ ਵੀ ਇਹ ਹੈਰਾਨੀ ਲੱਗਦੀ ਵੀ ਕੋਈ ਪ੍ਰਾਈਮ ਮਿਨਿਸਟਰ ਹੋਵੇ 8 ਸਾਲਾਂ ਵਿੱਚ ਕੋਈ ਪ੍ਰੈਸ ਕਾਨਫਰੰਸ ਨਾ ਕੀਤੀ ਹੋਵੇ। ਆਪ ਸੱਦ ਕੇ ਕੁਝ ਬੰਦਿਆਂ ਨੂੰ ਐਵੇਂ ਸੱਦ ਕੇ ਉਹਨਾਂ ਨੂੰ ਇੰਟਰਵਿਊ ਦੇ ਦਿਓ, ਜਿਹੜੇ ਬੰਦੇ ਉਹਨਾਂ ਦੇ ਖਾਸ ਬੰਦੇ ਆ ਉਹਨਾਂ ਨੂੰ ਸੱਦ ਕੇ ਇੰਟਰਵਿਊ ਦੇ ਦਿਓ, ਪਹਿਲਾਂ ਉਹ ਰਿਹਰਸਲ ਕਰਾ ਦਿਓ, ਸਵਾਲ ਆਹ ਪੁੱਛਣੇ ਆ, ਸਾਰਾ ਐਕਸਰਸਾਈਜ਼ ਹੋ ਜੇ, ਉਦੋਂ ਪਿੱਛੋਂ ਤੁਸੀਂ ਉਹ ਇੰਟਰਵਿਊ ਦੇ ਦਿਓ। ਤੇ ਇਹ ਜਿਹੜਾ ਸਾਰਾ ਤਰੀਕਾ, ਜਾਂ ਤੁਸੀਂ ਮਨ ਕੀ ਬਾਤ ਵਾਲਾ ਨਵਾਂ ਤਰੀਕਾ ਫੜ ਲਿਆ, ਇਹ ਸਾਰਾ ਕੁਝ ਵੀ ਸਾਡੀ ਮਨ ਕੀ ਬਾਤ ਗੱਲ ਕਰਨੀ ਆ, ਪ੍ਰੈਸ ਨੂੰ ਸਾਹਮਣੇ ਨਾ ਆਉਣਾ, ਪ੍ਰੈਸ ਨੂੰ ਫੇਸ ਨਾ ਕਰ ਸਕਣਾ, ਇਹ ਵੀ ਇੱਕ ਤਰ੍ਹਾਂ ਦੀ ਇਹ ਅੱਜ ਦਾ ਜਿਹੜਾ ਰਜੀਮ ਹੈ, ਜਿਹੜਾ ਹੁਣ BJP ਦਾ ਰਜੀਮ ਹੈ, ਇਹਦੀਆਂ ਕਮਜ਼ੋਰੀਆਂ ਹੀ ਦਿਖਾਈ ਦਿੰਦੀਆਂ। ਇਹ ਇਹਨਾਂ ਦੀ ਸਟਰੈਂਥ ਜਾਂ ਤਾਕਤ ਸਾਹਮਣੇ ਨਹੀਂ ਆ ਰਹੀ। ਸੋ ਸਿੱਧੂ ਸਾਹਿਬ, ਸਾਡੇ ਸ਼ੋਅ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।